ਜਨ ਨਾਨਕ ਕੋ ਕਿਰਪਾ ਪਈ, ਹਰ ਕੀ ਕਿਰਪਾ ਪਈ, ਜਗਦੀਸ਼ਰ ਕਿਰਪਾ ਪਈ। ਜਨ ਨਾਨਕ ਕੋ ਕਿਰਪਾ ਪਈ, ਹਰ ਕੀ ਕਿਰਪਾ ਪਈ, ਜਗਦੀਸ਼ਰ ਕਿਰਪਾ ਪਈ। ਮੈਂ ਅਨਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਉ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ। ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੈ। ਤਿਸ ਜਨ ਕੇ ਹੋਂ ਮਲ ਮਲ ਧੋਵਾ ਪਾਉ, ਕੋਈ ਆਵੈ ਸੰਤੋ ਹਰ ਕਾ ਜਨ ਸੰਤੋ। ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੈ, ਮੋਹਿ ਮਾਰਗ ਦਿਖਲਾਵੈ। ਜਿਸ ਬਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲੇਹ ਮਨ ਮੋਲ, RAM ਨਾਮ ਹਿਰਦੇ ਮਹਿ ਤੋਲ। ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਊਜਲ ਹਰ ਦਰਗਾ ਸੋਏ। ਇਹ ਬਾਪਾਰ ਵਿਰਲਾ ਬਾਪਾਰੈ, ਨਾਨਕ ਤਾਂ ਕਹਿ ਸਦ ਬਲਿਹਾਰੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਉ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ। ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਿਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤੈ ਦਰ ਆਇਆ, ਸਰਬ ਸੂਖ ਨਾਨਕ ਤੇ ਪਾਇਆ। ਮਿਰਤ ਕੋ ਜੀਵਾਲਨ ਹਾਰ, ਭੂਖੇ ਕੋ ਦੇਵਤ ਆਧਾਰ। ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੈ। ਸਭ ਕਿਛ ਤਿਸ ਕਾ ਓ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨ ਹੋਗ। ਜਪ ਜਨ ਸਦਾ ਸਦਾ ਦਿਨ ਰੈਣੀ, ਸਭ ਤੇ ਊਚ ਨਿਰਮਲ ਇਹ ਕਰਣੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤੇ ਲੋਏ, ਜਾਂ ਕੈ ਹਿਰਦੈ ਏਕੋ ਹੋਏ। ਸਚ ਕਰਣੀ ਸਚ ਤਾਂ ਕੀ ਰਹਿਤ, ਸਚ ਹਿਰਦੈ ਸਤ ਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਪੰਚਮ ਪਾਤਸ਼ਾਹ ਧੰਨ ਧੰਨ ਗੁਰਦੇਵ ਗੁਰੂ ਅਰਜਨ ਦੇਵ ਜੀ ਦੀ ਦੇਹ ਦੁਆਰਾ ਰਚੀ ਹੋਈ ਧੁਰ ਕੀ ਬਾਣੀ ਸੁਖਮਨੀ ਸਾਹਿਬ, ਉਹਨਾਂ ਦਾ ਮੁੱਖ ਸਾਕਾਰ, ਜਿਸ ਨੂੰ ਆਪਾਂ ਰੋਜ਼ ਵਿਚਾਰਦੇ ਹਾਂ ਆਪਣੀ ਤੁੱਛ ਬੁੱਧੀ ਅਨੁਸਾਰ। ਬਹੁਤ ਆਨੰਦ ਆਉਂਦਾ ਹੈ ਜਦੋਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਕੀਰਤਨ ਹੁੰਦਾ ਹੈ, ਧੰਨ ਧੰਨ ਹੁੰਦਾ ਹੈ ਬੰਦਾ। ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਨਾਲ ਗੁਰਾਂ ਦੁਆਰਾ ਬਖਸ਼ੀ ਹੋਈ ਫਤਿਹ ਜਵਾਬ ਜ਼ਰੂਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਫਰਮਾਉਂਦੇ ਹੈ, ਜਿਸ ਬਖਰ ਕੋ ਲੈਣ ਤੂੰ ਆਇਆ। ਉਹ ਮਨਾ, ਉਹ ਬੰਦੇ, ਜਿਹੜੇ ਬਖਰ ਨੂੰ, ਜਿਹੜੇ ਸੌਦੇ ਨੂੰ ਤੂੰ ਲੈਣ ਆਇਆ ਹੈ, ਉਹ ਰਾਮ ਦਾ ਨਾਮ ਹੈ। ਕਿੱਥੋਂ ਮਿਲਦਾ ਉਹ? ਸੰਤਨ ਘਰ ਪਾਇਆ। ਰਾਮ ਨਾਮ ਸੰਤਨ ਘਰ ਪਾਇਆ। ਸੰਤਾਂ ਕੋਲ ਤੇ ਮਿਲਦਾ ਉਹ, ਸਾਧ ਸੰਗਤ ਚੋਂ ਮਿਲਦਾ, ਆਪਣੇ ਘਰੇ ਤੋਂ ਨਹੀਂ ਮਿਲਦਾ, ਕਿਸੇ ਕਰਮ ਵਿਸ਼ੇਸ਼ ਨਾਲ ਨਹੀਂ ਮਿਲਦਾ, ਗੁਰੂ ਕੀ ਸੰਗਤ ਵਿੱਚੋਂ ਮਿਲਦਾ। ਤਜ ਅਭਿਮਾਨ ਲੇਹ ਮਨ ਮੋਲ। ਐਰੋਗੈਂਸ, ਅਭਿਮਾਨ ਗੁਮਾਨ ਛੱਡ ਕੇ ਮਨ ਨਾਲ ਮੁੱਲ ਲੈ ਲੈ।
ਕਿਉਂਕਿ ਨਾਮ ਮਨ ਦੇ ਕੇ ਲਿਆ ਜਾਂਦਾ ਹੈ, ਪੈਸੇ ਧੇਲੇ ਨਾਲ ਨਹੀਂ ਇਹ ਖਰੀਦ ਹੁੰਦਾ। ਸਮਨ ਜੋਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ, ਰਾਵਨ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਜੇ ਇਸ ਤਰ੍ਹਾਂ ਪੈਸਿਆਂ ਨਾਲੇ ਮਿਲਦਾ ਹੁੰਦਾ ਨਾਮ ਪਰਮਾਤਮਾ, ਫਿਰ ਤਾਂ ਰਾਵਣ ਵਰਗੇ ਗਰੀਬ ਨਹੀਂ ਥੇ, ਸੋਨੇ ਦੀ ਲੰਕਾ ਸੀ ਉਹ ਤਾਂ ਮੁੱਲ ਹੀ ਲੈ ਲੈਂਦਾ, ਫਿਰ ਉਹਨੂੰ ਵੀ 11 ਵਾਰ ਸ਼ਿਵ ਜੀ ਨੂੰ ਸਿਰ ਕੱਟ ਕੇ ਦੇਣਾ ਪਿਆ। ਇਹ ਮਿਥਿਹਾਸ ਹੈ, ਜਾਂ ਕਮ ਸੇ ਕਮ ਜੇ ਮਿਥਿਹਾਸ ਵੀ ਨਹੀਂ ਹੈ ਤਾਂ ਇੱਕ ਕਥਾ ਕਹਾਣੀ ਹੈ, ਸਮਝਾਈ ਹੋਈ ਗੱਲ ਹੈ ਵੀ ਇਸ ਤਰ੍ਹਾਂ ਪੈਸੇ ਨਾਲ ਨਹੀਂ ਮਿਲਦਾ ਹੈ, ਆਪਣਾ ਆਪਾ ਦੇਣਾ ਪੈਂਦਾ, ਮਨ ਦੇ ਕੇ ਨਾਮ ਮਿਲਦਾ। ਰਾਮ ਨਾਮ ਹਿਰਦੇ ਮੈਂ ਤੋਲ, ਇਹਦਾ ਜਿਹੜਾ ਤੋਲਣਾ ਹੈ, ਇਹਦਾ ਜਿਹੜਾ ਜੋਖਣਾ ਹੈ, ਉਹ ਹਿਰਦੇ ਵਿੱਚ ਹੁੰਦਾ ਹੈ, ਬਾਹਰ ਕਿਸੇ ਦਾਮ ਨਾਲ ਨਹੀਂ ਹੁੰਦਾ। ਲਾਦ ਖੇਪ ਸੰਤੈ ਸੰਗ ਚਾਲ, ਨਾਮ ਦੀ ਖੇਪ ਲੱਦ ਲੈ। ਖੇਪ ਹੁੰਦੀ ਹੈ ਕਿਸ਼ਤ ਜਾਂ ਵਣਜ ਦੀ ਵਸਤੂ, ਸੌਦਿਆਂ ਦਾ ਭਾਰ, ਇਹ ਤੂੰ ਉੱਪਰ ਲੱਦ ਲੈ ਨਾਮ ਵਾਲਾ ਆਪਣੇ ਮਨ ਪਰ। ਸੰਤਾਂ ਦੇ ਨਾਲ ਚੱਲੀ ਜਾ, ਅਵਰ ਤਿਆਗ ਵਿਖਿਆ ਜੰਜਾਲ, ਹੋਰ ਜਿਹੜੀ ਵਿਖਿਆ ਸੰਸਾਰੀ ਉਹਨੂੰ ਛੱਡ ਦੇ। ਧੰਨ ਧੰਨ ਕਹੈ ਸਭ ਕੋਏ, ਫੇਰ ਦੇਖ ਤੈਨੂੰ ਹਰ ਇੱਕ ਬੰਦਾ ਧੰਨ ਧੰਨ ਕਹੇਗਾ। ਮੁੱਖ ਉਜਲ ਹਰ ਦਰਗਾਹ ਸੋਏ, ਅੱਗੇ ਦਰਗਾਹ ਵਿੱਚ ਵੀ ਦਰਬਾਰ ਵਿੱਚ ਵੀ ਤੇਰਾ ਮੁੱਖ ਉਜਲ ਹੋਊਗਾ, ਇੱਥੇ ਵੀ ਲੋਕ ਤੈਨੂੰ ਧੰਨ ਧੰਨ ਕਹਿਣਗੇ। ਸਾਧ ਸੰਗਤ ਜੀ, ਇੱਥੇ ਇੱਕ ਵਿਚਾਰ ਹੋਰ ਵੀ ਹੈ। ਜਦ ਆਪਾਂ ਬੈਲੈਂਸਡ ਅਪਰੋਚ ਦੇਖਦੇ ਹਾਂ ਗੁਰਬਾਣੀ ਦੀ, ਤਾਂ ਉਹ ਇਸ ਤਰ੍ਹਾਂ ਹੈ ਬਈ ਜਦੋਂ ਪਾਤਸ਼ਾਹਾਂ ਦੀ ਸ਼ਹੀਦੀ ਹੋਈ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖੜਾਇਆ ਗਿਆ, ਜਾਂ ਹੋਰ ਵੀ ਐਸੇ ਵਰਤਾਰੇ ਸਿੱਖ ਹਿਸਟਰੀ 'ਚ ਹੋਏ ਹੈ, ਉਦੋਂ ਕਿੰਨਿਆਂ ਬੰਦਿਆਂ ਨੇ ਧੰਨ ਧੰਨ ਕਿਹਾ ਹੋਊ। ਜਿਹੜੇ ਰੱਬੀ ਬੰਦੇ ਸੀਗੇ ਥੋੜ੍ਹੇ ਬਹੁਤ ਉਹਨਾਂ ਨੇ, ਬਾਕੀ ਤਾਂ ਜ਼ਿਆਦਾ ਜਿਹੜੇ ਸੀਗੇ ਉਹ ਗੌਰਮੈਂਟ ਦੇ ਪਿੱਠੂ ਸੀਗੇ, ਗੌਰਮੈਂਟ ਦੇ ਨਾਲ ਚੱਲਦੇ ਸੀਗੇ। ਪਰ ਇਹਦਾ ਫਿਰ ਮਤਲਬ ਕਿਆ ਹੈ ਵੀ ਧੰਨ ਧੰਨ ਕੋਈ ਕਿਵੇਂ ਕਹਿੰਦਾ ਹੈ? ਸਾਧ ਸੰਗਤ ਜੀ, ਉਹ ਇਹ ਤਿੰਨੇ ਕਾਲਾਂ ਵਾਸਤੇ ਹੈ। ਤਿੰਨੇ ਕਾਲਾਂ ਦੇ ਵਿੱਚ ਉਹਦੀ ਜੈ ਜੈ ਹੁੰਦੀ। ਜਿਹੜਾ ਅੱਜ ਤੇ ਹਜ਼ਾਰਾਂ ਸਾਲਾਂ ਨੂੰ ਵੀ ਸਮਾਂ ਆਉਣਾ, ਉਦੋਂ ਵੀ ਜੈ ਜੈਕਾਰ ਹੋਈ ਜਾਣੀ ਹੈ। ਆਹ ਹੁਣ ਹੋ ਰਹੀ ਹੈ। ਉਦੋਂ ਸਰਹੰਦ ਉਲਟ ਹੋਇਆ ਵਾ ਸੀਗਾ, ਹੁਣ ਸਾਰਾ ਹੀ ਸਰਹੰਦ ਛੱਡ ਕੇ ਸਾਰੀ ਦੁਨੀਆ ਨਤਮਸਤਕ ਹੁੰਦੀ ਹੈ। ਉੱਥੇ ਘਿਓ ਦੇ ਦੀਵੇ ਜਗਾਏ ਜਾ ਰਹੇ। ਔਰੰਗਜ਼ੇਬ ਦੀ ਮਜ਼ਾਰ ਦੇ ਉੱਤੇ ਤੇਲ ਜੋਗੇ ਪੈਸੇ ਵੀ ਨਹੀਂ ਹੈ ਦੀਵਾ ਬਾਲਣ ਜੋਗੇ, ਉਹਦਾ ਮਜ਼ਾਰ ਪੈਸੇ ਮੰਗਦਾ ਲੋਕਾਂ ਤੋਂ ਰੁਪਈਆ ਰੁਪਈਆ। ਸੋ ਇਹ ਜਿਹੜੀ ਧੰਨ ਧੰਨ ਹੋਣੀ ਹੈ, ਇਹ ਤਿੰਨੇ ਲੋਕਾਂ 'ਚ ਔਰ ਸਾਰੇ ਯੂਨੀਵਰਸ ਦੁਆਰਾ, ਕੇਵਲ ਬੰਦੇ ਹੀ ਨਹੀਂ, ਪਸ਼ੂ ਪੰਛੀ, ਕੁਦਰਤ ਦੀ ਹਰ ਇੱਕ ਸ਼ੈ ਉਹਦੀ ਸ਼ੋਭਾ ਕਰਦੀ, ਵਡਿਆਈ ਕਰਦੀ ਹੈ। ਇਹ ਵਪਾਰ ਬਿਰਲਾ ਵਪਾਰ ਹੈ। ਇਹ ਜਿਹੜਾ ਵਪਾਰ ਹੈ ਨਾਮ ਵਾਲਾ, ਇਹ ਕੋਈ ਬਿਰਲਾ ਵਪਾਰ ਦਾ ਹੈ। ਨਾਮ ਕੇ ਵਿਆਪਾਰੀ ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਕਬੀਰ ਜੀ ਦਾ ਵਚਨ। ਇਹ ਵਪਾਰ ਜਿਹਦੇ ਹੱਥ ਵਿੱਚ ਹੀਰਾ ਆ ਜੇ ਨਾਮ ਵਾਲਾ, ਉਹੀ ਜਾਣਦਾ ਇਹਨੂੰ। ਔਰ ਫਿਰ ਉਹ ਨਾਮ ਦਾ ਹੀ ਵਪਾਰ ਕਰਦਾ। ਪਹਿਲਾਂ ਨਾਮ ਪ੍ਰਾਪਤ ਕਰਦਾ ਸੰਤਾਂ ਤੋਂ, ਗੁਰੂ ਤੋਂ, ਫਿਰ ਇਸ ਨਾਮ ਨੂੰ ਅੱਗੇ ਵੰਡਦਾ ਹੈ। ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸੰਭਾਰ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਵੰਡਦਾ ਕਬੀਰ ਕਿਉਂਕਿ ਪ੍ਰਾਪਤ ਹੋਈ ਹੈ ਗੁਰੂ ਤੋਂ, ਪਰ ਅੱਗੇ ਉਹਨੇ ਲੈਣੀ ਜਿਹਦੇ ਮੱਥੇ ਪਰ ਭਾਗ ਹੈ, ਦੂਜਿਆਂ ਨੇ ਨਹੀਂ ਲੈਣੀ। ਉਹਨਾਂ ਦੇ ਤਾਂ ਹੱਥਾਂ ਵਿੱਚ ਆਇਆ ਹੋਇਆ ਵੀ ਅੰਮ੍ਰਿਤ ਹੇਠਾਂ ਗਿਰ ਜਾਂਦਾ। ਖਿਸਰ ਗਇਓ ਭੂਮ ਪਰ ਡਾਰਿਓ, ਕਰ ਮੈਂ ਅੰਮ੍ਰਿਤ ਆਣ ਨਿਸਾਰਿਓ। ਨਾਨਕ ਤਾਂ ਕਹਿ ਸਦ ਬਲਿਹਾਰੈ। ਜਿਹੜਾ ਇਹ ਵਪਾਰ ਕਰਦਾ ਹੈ ਬੰਦਾ, ਪਾਤਸ਼ਾਹ ਉਹ ਤੇ ਕੁਰਬਾਨ ਜਾਣ ਦੀ ਗੱਲ ਕਰ ਰਹੇ, ਬਲਿਹਾਰ ਜਾ ਰਹੇ ਉਹਦੇ। ਚਰਨ ਸਾਧ ਕੇ ਧੋਏ ਧੋਏ ਪੀਓ, ਸਾਧੂ ਦੇ ਚਰਨਾਂ ਨੂੰ ਧੋ ਧੋ ਕੇ ਪੀਣਾ ਹੁੰਦਾ ਹੈ। ਇਹਦਾ ਭਾਵ ਕਿਆ ਹੈ? ਜਦ ਸਾਧੂ ਦੇ ਅੱਗੇ ਆਪਣੀ ਮੈਂ ਰੱਖ ਦਿੱਤੀ, ਮੈਂ ਨਹੀਂ ਸਭ ਤੂੰ ਹੀ ਹੈ, ਫਿਰ ਸਾਧੂ ਦੀ ਸੇਵਾ ਸਰੀਰਕ ਤੌਰ ਪਰ ਹੋਵੇ ਉਹ ਵੀ। ਜਦ ਹੁਣ ਸ਼ਬਦ ਗੁਰੂ ਹੈ ਤਾਂ ਸ਼ਬਦ ਦੀ ਸੋਝੀ ਕਰਨਾ, ਸ਼ਬਦ ਦੇ ਨਾਲ ਜੁੜਨਾ, ਸ਼ਬਦ ਨੂੰ ਅੰਦਰ ਵਸਾਉਣਾ, ਵਿਚਾਰ ਕਰਨੀ, ਉਹਦੇ ਉੱਪਰ ਚੱਲਣਾ, ਇਹ ਫਿਰ ਸਾਧੂ ਦੇ ਚਰਨ ਧੋਣੇ ਵਾਲੀ ਬਾਤ ਹੈ। ਦੂਜੇ ਅਰਥਾਂ ਵਿੱਚ ਆਪਾਂ ਸੰਗਤ ਤਾਂ ਹੁਣ ਵੀ ਹੈ, ਗੁਰੂ ਕੀ ਸੰਗਤ, ਸੰਗਤ ਦੇ ਚਰਨ ਧੋ ਧੋ ਕੇ ਪੀਣੇ, ਮਤਲਬ ਜੋੜੇ ਝਾੜਨੇ, ਪੱਖਾ ਕਰਨਾ ਉੱਪਰ, ਤੱਪੜ ਝਾੜਨੇ, ਲੰਗਰ ਵਰਤਣਾ, ਪਕਾਉਣਾ, ਇਹ ਸਾਰਾ ਕੁਛ ਸਾਧੂ ਦੇ ਚਰਨ ਧੋਣ ਦੇ ਬਰਾਬਰ ਹੈ।
ਤੋ ਮਤਲਬ ਇਹ ਹੈ ਵੀ ਆਪਣਾ ਆਪਾ ਸੌਂਪ ਦੇਣਾ ਹੈ ਸੰਗਤ ਨੂੰ, ਗੁਰੂ ਨੂੰ। ਆਰ ਪ੍ਰਸਾਦ ਕੋ ਆਪਣਾ ਜੀਓ। ਇਹ ਉਦੋਂ ਹੋਏਗਾ ਜਦੋਂ ਸਾਡੇ ਮਨ ਦੀ ਜਿਹੜੀ ਦਿਸ਼ਾ ਹੈ ਉਹ ਬਦਲ ਕੇ ਗੁਰੂ ਵੱਲ ਹੋ ਜਾਏ। ਦਸ਼ਾ ਨਾਲ ਉੱਪਰੋਂ ਉੱਪਰੋਂ ਹੁੰਦਾ ਹੈ, ਦਿਸ਼ਾ ਨਾਲ ਅੰਦਰੋਂ ਹੁੰਦਾ ਹੈ। ਸਾਧ ਕੀ ਧੂੜ ਕਰੋ ਇਸ਼ਨਾਨ, ਸਾਧੂ ਦੀ ਧੂੜੀ 'ਚ ਇਸ਼ਨਾਨ ਕਰੋ ਭਾਈ। ਇਹਦਾ ਵੀ ਭਾਵ ਇਹੀ ਹੈ ਬਈ ਸਾਧੂ ਦੇ ਅੱਗੇ ਜਿੰਨਾ ਵੀ ਢਹਿ ਪਾਉਂਗੇ, ਜਿੰਨਾ ਵੀ ਨੀਵੇਂ ਹੋ ਜਾਊਗੇ, ਓਨਾ ਹੀ ਠੀਕ ਹੈ। ਇਸ਼ਨਾਨ ਕਰਨ ਤੋਂ ਇਹੀ ਮਤਲਬ ਹੈ। ਹੋਰ ਧੂੜ ਨਾਲ ਕੋਈ ਇਸ਼ਨਾਨ ਨਹੀਂ ਕਰਦਾ ਬੰਦਾ। ਸਾਧੂ ਤੋਂ ਕੁਰਬਾਨ ਜਾਣਾ, ਜੋ ਉਹਨੇ ਕਿਹਾ ਸੱਤ ਵਚਨ ਕਰਕੇ ਮੰਨ ਲੈਣਾ, ਕੋਈ ਉਹਦੇ ਪਰ ਕਿੰਤੂ ਪਰੰਤੂ ਨਹੀਂ ਕਰਨਾ। ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਬੜ ਭਾਗੀ ਪਾਈਏ। ਬਹੁਤ ਚੰਗੇ ਭਾਗ ਹੋਵੇਂ ਵੱਡੇ ਤਾਂ ਸਾਧੂ ਦੀ ਸੇਵਾ ਵਿੱਚ ਲੱਗਦਾ ਬੰਦਾ, ਅਦਰਵਾਈਜ਼ ਜਾਂਦਾ ਹੀ ਨਹੀਂ ਉੱਧਰ ਨੂੰ। ਸਾਧ ਸੰਗ ਹਰ ਕੀਰਤਨ ਗਾਈਏ, ਸਾਧੂ ਦੀ ਸੰਗਤ 'ਚ ਬੈਠ ਕੇ ਹਰੀ ਦਾ ਕੀਰਤਨ ਗਾਉਣਾ ਚਾਹੀਦਾ ਹੈ। ਅਨੇਕ ਵਿਘਨ ਤੇ ਸਾਧੂ ਰਾਖੈ, ਅਨੇਕਾਂ ਹੀ ਬਹੁਤ ਸਾਰਿਆਂ ਵਿਘਨਾਂ ਤੇ ਸਾਧੂ ਸਾਡੀ ਰੱਖਿਆ ਕਰਦਾ ਹੈ, ਕਿਉਂਕਿ ਸਾਡੀ ਸੋਚ ਨੂੰ ਬਦਲ ਦਿੰਦਾ ਹੈ। ਸਵਾਲ ਜਵਾਬ ਦੋਵੇਂ ਕਰਨੇ ਵਾਲੀ ਸਥਿਤੀ ਤੋਂ ਬਦਲ ਕੇ ਬਸ ਕੇਵਲ ਉਹਦਾ ਹੋ ਜਾਂਦਾ ਹੈ। ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ, ਹਰੀ ਦੇ ਗੁਣ ਗਾਉਂਦਾ ਹੈ, ਅੰਮ੍ਰਿਤ ਰਸ ਨਾਮ ਪੀਂਦਾ ਚੱਖਦਾ। ਓਟ ਗਈ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਜਿਹਨੇ ਉਹਦੀ ਓਟ ਪਕੜ ਲਈ ਉਹ ਸੰਤਾਂ ਦੇ ਦਰ ਪਰ ਆ ਜਾਂਦਾ ਹੈ ਔਰ ਉਹਨੂੰ ਸਰਬ ਸੁੱਖ ਪ੍ਰਾਪਤ ਹੋ ਜਾਂਦੇ ਹਨ। ਸਰਬ ਸੁੱਖਾਂ ਦਾ ਮਤਲਬ ਆਨੰਦ ਦੀ ਪ੍ਰਾਪਤੀ। ਜਦੋਂ ਆਨੰਦ ਆ ਗਿਆ ਤਾਂ ਸਾਰੇ ਸੁੱਖ ਉਹਦੇ ਵਿੱਚ ਹੀ ਆ ਜਾਂਦੇ। ਫਿਰ ਕਿਸੇ ਘੜੀ ਮਲਾਲ ਆਉਂਦਾ ਹੀ ਨਹੀਂ, ਕੋਈ ਚਿੰਤਾ ਕੋਈ ਸੋਚ ਆਉਂਦੀ ਹੋ ਨਹੀਂ, ਸਦਾ ਹੀ ਆਨੰਦ ਰਹਿੰਦਾ। ਮਿਰਤਕ ਕੋ ਜੀਵਾਲਨਹਾਰ, ਮਰੇ ਹੋਏ ਨੂੰ ਜਿਉਂਦਾ ਕਰਨ ਵਾਲਾ ਗੁਰੂ ਹੈ, ਸੰਤ ਹੈ। ਇਹ ਗੱਲ ਮੰਨਣੀ ਭਾਵੇਂ ਬੁੱਧੀ ਵਾਲਿਆਂ ਨੂੰ ਔਖੀ ਲੱਗਦੀ ਹੈ, ਕਿਉਂਕਿ ਜਿਹੜਾ ਨਿਯਮ ਹੈ ਕੁਦਰਤ ਨੇ, ਪਰਮਾਤਮਾ ਨੇ ਬਣਾਇਆ ਹੋਇਆ, ਉਹਦੇ 'ਚ ਮਰਿਆ ਵਾ ਕੋਈ ਜਿਉਂਦਾ ਨਹੀਂ ਹੁੰਦਾ। ਜਦੋਂ ਗਾਂ ਜਿਉਂਦੀ ਕਰਨ ਖਾਤਰ ਆਦੇਸ਼ ਹੋ ਗਿਆ ਬਾਬਾ ਨਾਮਦੇਵ ਜੀ ਨੂੰ, ਉਹਨਾਂ ਨੇ ਵੀ ਇਹੀ ਕਿਹਾ ਸੀ, ਬਾਦਸ਼ਾਹ ਐਸੀ ਕਿਉਂ ਹੋਏ ਬਿਸਮਿਲ ਕੀਆ ਨਾ ਜੀਵੈ ਕੋਏ। ਕੋਈ ਅੱਜ ਤਾਈਂ ਮਰਿਆ ਵਾ ਜਿਉਂਦਾ ਹੋਇਆ, ਕਿਉਂ ਕਹਿਰ ਕਰਦਾ। ਪਰ ਰਾਜਿਆਂ ਦੀ ਜਿੱਦ ਹੁੰਦੀ ਹੈ, ਬਾਲ ਗੋ ਤਿਰਿਆ ਗੋ ਹਟ ਔਰ ਰਾਜ ਗੋ। ਹੁਕਮ ਕਰ ਦਿੱਤਾ ਵੀ 8 ਘੜੀਆਂ ਜਾਂ ਤਾਂ ਗਾਂ ਜਿਉਂਦੀ ਕਰ ਦੇ, ਨਹੀਂ ਰਾਮ ਨੂੰ ਅੱਲਾ ਕਹਿ ਦੇ, ਨਹੀਂ ਫਿਰ ਤਿਆਰ ਹੋ ਜਾ ਮੌਤ ਖਾਤਰ। ਤਾਂ ਬਾਬਾ ਨਾਮਦੇਵ ਜੀ ਦਾ ਉੱਥੇ ਬਚਨ ਹੈ, ਬਾਦਸ਼ਾਹ ਐਸੀ ਕਿਉਂ ਹੋਏ ਬਿਸਮਿਲ ਕੀਆ ਨਾ ਜੀਵੈ ਕੋਏ। ਉਹ ਤੋਂ ਅੱਗੇ ਫਰਮਾਉਂਦੇ ਹੈ, ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ। ਮੇਰੇ ਘਰੇ ਤੇ ਨਹੀਂ ਹੋਣੀ ਗਾਂ ਜਿਉਂਦੀ, ਪਰ ਜੇ ਰਾਮ ਜੀ ਚਾਹੇ ਤਾਂ ਹੋ ਸਕਦੀ ਹੈ, ਔਰ ਹੋਈ। ਗੁਰਬਾਣੀ 'ਚ ਵਚਨ ਹੈ, दूधों दूध जब मटकी भरी ले बादशाह के आगे धरी, बादशाह महल में जाए अवगट की घट लागी आए। गाय जिਉਂਦੀ ਹੋਈ, ਗਊ ਦੁਹਾਈ ਬਛੜਾ ਮੇਲ, ਨਾਮਾ ਪੜਨਵੈ ਸੇਲ ਮਸੇਲ। ਨਿਆਣਾ ਪਾਇਆ, ਰੱਸੀ ਪਾਈ ਲੱਤਾਂ ਨੂੰ, ਗਾਂ ਚੋਈ। ਔਰ ਬਾਦਸ਼ਾਹ ਦੇ ਅੱਗੇ ਜਦ ਰੱਖੀ, ਬਾਦਸ਼ਾਹ ਨੂੰ ਸੂਲ ਉੱਠ ਖੜਿਆ, ਰੱਬੀ ਕਹਿਰ। ਫਿਰ ਬੁਲਾਇਆ ਟੋਲਿਆ ਨਾਮਦੇਵ ਨੂੰ। ਫਿਰ ਨਾਮਦੇਵ ਨੇ ਕਿਹਾ, ਬਾਦਸ਼ਾਹ ਮੈਂ ਤੇਰਾ ਕਿਆ ਵਿਗਾੜਿਆ ਸੀ, ਤੂੰ ਸਹਿਨਸ਼ੀਲ ਹੋ ਜਾ, ਸਭ ਨੂੰ ਬਰਦਾਸ਼ਤ ਕਰ, ਭਗਤੀ ਸਭ ਨੂੰ ਕਰਨ ਦੇ, ਤੂੰ ਬਹੁਤ ਗਲਤ ਕਰਿਆ ਮੇਰੇ ਨਾਲ। ਚਲੋ ਤੇਰਾ ਸੂਲ ਹਟ ਜੂਗਾ, ਹੁਣ ਤੇ ਬਾਅਦ ਅੱਗੇ ਵਾਸਤੇ ਖਿਆਲ ਰੱਖ, ਤੂੰ ਰਾਜਾ ਹੈ, ਰਾਜੇ ਤੇ ਰਾਜਿਆਂ ਵਾਲੇ ਕੰਮ ਕਰ, ਪ੍ਰਜਾ ਨੂੰ ਸੁੱਖ ਦੇ, ਪ੍ਰਜਾ ਨੂੰ ਦੁਖੀ ਨਾ ਕਰ। ਤਾਂ ਫਿਰ ਸੂਲ ਉਹਦਾ ਹਟ ਗਿਆ ਸੀਗਾ। ਸੋ ਇਹ ਕਰਾਮਾਤੀ ਜਿਹੜੀ ਬਾਤ ਹੈ, ਇਹ ਪਰਮਾਤਮਾ ਆਪਣੇ ਭਾਣੇ 'ਚ ਕਦੇ ਨਾ ਕਦੇ ਕਰਦਾ ਹੈ। ਬੁੱਧੀ ਨਹੀਂ ਮੰਨਦੀ ਇਸ ਗੱਲ ਨੂੰ, ਪਰ ਇਹ ਯੋਗ ਮਾਇਆ ਪਰਮਾਤਮਾ ਦੀ, ਉਹ ਕਦੇ ਵੀ ਕਰ ਸਕਦਾ। ਭੁੱਖੇ ਕੋ ਦੇਵਤ ਆਧਾਰ, ਭੁੱਖੇ ਨੂੰ ਆਸਰਾ ਦਿੰਦਾ ਹੈ, ਰੋਟੀ ਪਾਣੀ ਦਿੰਦਾ ਹੈ। ਜਿਹੜੀ ਕੋਈ ਆਤਮਕ ਭੁੱਖ ਹੁੰਦੀ ਹੈ ਉਹ ਵੀ ਪੂਰੀ ਕਰਦਾ। ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਸਭ ਖਜ਼ਾਨੇ ਉਹਦੀ ਦ੍ਰਿਸ਼ਟੀ ਵਿੱਚ ਹੈ। ਪੁਰਬ ਲਿਖੇ ਕਾ ਲੈਣਾ ਪਾਹੇ, ਪਰ ਮਿਲਣਾ ਕਿਹਨੂੰ ਹੈ, ਜਿਹਦੇ ਮੱਥੇ ਪਰ ਲੇਖ ਹੈ। ਕਿਉਂਕਿ ਨਾਮ ਤਾਂ ਵੰਡਿਆ ਜਾ ਰਿਹਾ ਸੰਗਤ ਵਿੱਚ ਹੁਣ ਵੀ ਗੁਰੂ ਦਾ, TV ਰਾਹੀਂ, ਰੇਡੀਓ ਰਾਹੀਂ, ਅਨੇਕਾਂ ਤਰੀਕਿਆਂ ਰਾਹੀਂ, ਮੋਬਾਈਲ ਰਾਹੀਂ,
ਪਰ ਲੰਦਾ ਕੌਣ ਹੈ? ਜਿਹਦੇ ਮੱਥੇ ਪਰ ਲੇਖ ਹੋਵੇ, ਪੁਰਬ ਲਿਖੇ ਕਾ ਲਹਿਣਾ ਪਾਇਆ। ਸਭ ਕਿਛ ਤਿਸ ਕਾਉ ਕਰਨੈ ਜੋਗ, ਉਹ ਸਮਰੱਥ ਹੈ, ਉਹ ਸਭ ਕੁਝ ਕਰ ਸਕਦਾ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ, ਨਾ ਕੋਈ ਹੋਰ ਹੈ ਨਾ ਹੋਣਾ ਹੈ ਉਹੋ ਜਿਹਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਜਨ ਸਦਾ ਉਹਨੂੰ ਜਾਪ ਕਰ ਦਿਨ ਰਾਤ। ਸਭ ਤੇ ਊਚ ਨਿਰਮਲ ਇਹ ਕਰਨੀ, ਸਭ ਤੇ ਉੱਚੀ ਔਰ ਨਿਰਮਲ ਇਹੀ ਕਰਨੀ ਹੈ। ਸੁਖਮਨੀ ਸਾਹਿਬ 'ਚ ਵੀ ਹੋਰ ਜਗ੍ਹਾ ਵੀ ਇਹ ਇਸ ਤਰ੍ਹਾਂ ਦਾ ਫਰਮਾਨ ਆਉਂਦਾ ਹੈ ਬਈ ਨਾਮ ਦਾ ਜਪਣਾ ਹੀ ਸਾਰਿਆਂ ਧਰਮਾਂ 'ਚੋਂ ਸ੍ਰੇਸ਼ਟ ਧਰਮ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉੱਥੇ ਧਰਮ ਔਰ ਕਰਮ ਦੇ ਪਿਛਲੇ ਅੱਖਰ ਨੂੰ ਔਂਕੜ ਆਈ ਹੋਈ ਹੈ। ਸਭ ਤੋਂ ਸ੍ਰੇਸ਼ਟ ਧਰਮ ਕਿਹੜਾ ਹੈ? ਨਾਮ ਜਪ ਇਹ ਹੀ ਨਿਰਮਲ ਕਰਮ ਹੈ। ਉੱਥੇ ਹੋਰ ਦੂਜੇ ਨਿਰਮਲ ਕਰਮਾਂ ਦੀ ਬਾਤ ਨਹੀਂ ਹੈ, ਹੋਰ ਜਗ੍ਹਾ ਹੈ ਗੁਰਬਾਣੀ 'ਚ, ਪਰ ਇਹ ਸ਼ਬਦ ਦਾ ਮਤਲਬ ਇਹੀ ਹੈ ਜਿਹੜਾ ਇਸ ਤੁਕ ਵਿੱਚ ਹੈ। ਸਭ ਤੇ ਊਚ ਨਿਰਮਲ ਇਹ ਕਰਨੀ। ਕਿਹੜੀ ਕਰਨੀ ਸਭ ਤੇ ਊਚ ਔਰ ਨਿਰਮਲ ਹੈ? ਜਪ ਜਨ ਸਦਾ ਸਦਾ ਦਿਨ ਰਹਿਣੀ, ਉਹਦਾ ਜਾਪ ਕਰਨਾ, ਇਹੀ ਨਿਰਮਲ ਕਰਮ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕੰਮ ਨਹੀਂ ਕਿਤੇ ਵੀ ਕੰਮ ਆਉਣੇ, ਸਾਧ ਸੰਗਤ ਦੇ ਵਿੱਚ ਜਾ ਕੇ ਨਾਮ ਜਪ, ਸਾਧ ਸੰਗਤ ਦੁਆਰਾ ਨਾਮ ਜਪ। ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥੀਆ। ਆਪਣੀ ਕਿਰਪਾ ਆਪਣੀ ਗ੍ਰੇਸ ਕਰਕੇ ਜਿਹਨੂੰ ਨਾਮ ਬਖਸ਼ ਦਿੰਦਾ ਹੈ। ਨਾਮ ਕਿੱਥੋਂ ਮਿਲਦਾ? ਪਰਮਾਤਮਾ ਗੁਰੂ ਨੂੰ ਮਿਲਾ ਦਿੰਦਾ, ਸੰਗਤ ਵਿੱਚ ਭੇਜ ਦਿੰਦਾ, ਸੰਗਤ ਦੇ ਰਾਹੀਂ ਨਾਮ ਮਿਲਦਾ ਹੈ। ਨਾਨਕ ਸੋ ਜਨ ਨਿਰਮਲ ਥੀਆ, ਜਿਹਨੂੰ ਨਾਮ ਮਿਲ ਗਿਆ ਉਹ ਨਿਰਮਲ ਹੋ ਜਾਂਦਾ। ਹੋਰ ਕੋਈ ਨਿਰਮਲ ਨਹੀਂ ਹੈ, ਨਾ ਕੋਈ ਤੀਰਥ ਇਸ਼ਨਾਨ ਕਰਕੇ ਨਿਰਮਲ ਹੁੰਦਾ, ਨਾ ਕੋਈ ਦਾਨ ਕਰਕੇ ਨਿਰਮਲ ਹੁੰਦਾ, ਨਾ ਕੋਈ ਪੁੰਨ ਕਰਕੇ ਨਿਰਮਲ ਹੁੰਦਾ। ਸਭ ਤੋਂ ਵੱਡਾ ਪੁੰਨ ਕਲਯੁੱਗ ਵਿੱਚ ਪਰਮਾਤਮਾ ਦੇ ਗੁਣ ਗਾਉਣੇ, ਇਹੀ ਪੁੰਨ ਹੈ, ਇਹੀ ਦਾਨ ਹੈ, ਇਹੀ ਸਭ ਕੁਛ ਹੈ। ਨਾਮ ਤੋਂ ਸਭ ਕੁਛ ਹੇਠ ਹੈ। ਜੇ ਕਰਮ ਧਰਮ ਨਾਮ 'ਚੋਂ ਨਿਕਲੇ ਫਿਰ ਉਹ ਵੀ ਪਵਿੱਤਰ ਹੈ। ਜੇ ਬਿਨਾਂ ਨਾਮ ਤੋਂ ਕਰਮ ਧਰਮ ਬੰਦਾ ਕਰਦਾ ਹੈ, ਉਹਨੂੰ ਤਾਂ ਗੁਰਬਾਣੀ ਨੇ ਪਾਖੰਡ ਦੱਸਿਆ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਗਾਤੀ ਲੁੱਟੈ। ਦੁਨੀਆ ਪਾਖੰਡ ਮਗਰ ਪਈ ਹੋਈ ਹੈ, ਡੁਐਲਿਟੀ 'ਚ ਕਰ ਰਹੀ ਹੈ ਜੋ ਕੁਛ ਵੀ ਕਰ ਰਹੀ ਹੈ, ਏਕਾ ਭਾਵ ਹੈ ਹੀ ਨਹੀਂ ਅੰਦਰ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਪਾਤਸ਼ਾਹ ਫਰਮਾ ਰਹੇ ਹੈ ਵੀ ਜਿਹਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਆ ਗਈ, ਤਿਸ ਜਨ ਆਵੈ ਹਰਿ ਪ੍ਰਭ ਚੀਤ। ਰੱਬ ਉਸੇ ਨੂੰ ਚੇਤੇ ਆਉਣਾ, ਕਿਉਂਕਿ ਰੱਬ ਔਰ ਗੁਰੂ ਇੱਕੋ ਚੀਜ਼ ਹੈ। ਇੱਕ ਸਰਗੁਣ ਰੂਪ 'ਚ ਹੁੰਦਾ ਸਰੀਰ 'ਚ, ਇੱਕ ਨਿਰਗੁਣ ਪਰਮਾਤਮਾ ਹੈ ਹੀ ਹੈ। ਜਦੋਂ ਹੁਣ ਸਰੀਰ 'ਚ ਵੀ ਨਹੀਂ ਹੈ, ਹੁਣ ਸ਼ਬਦ ਰੂਪ 'ਚ ਹੈ। ਇੱਕ ਮੈਤਰੀ ਉਪਨਿਸ਼ਦ ਹੈ ਸਾਧ ਸੰਗਤ ਜੀਓ, ਉਹਦੇ 'ਚ ਬ੍ਰਹਮ ਦੇ ਦੋ ਰੂਪ ਲਿਖੇ ਹੈ, ਇੱਕ ਸ਼ਬਦ ਬ੍ਰਹਮ, ਇੱਕ ਅਸ਼ਬਦ ਬ੍ਰਹਮ। ਅਸ਼ਬਦ ਬ੍ਰਹਮ ਤਾਂ ਉਹ ਹੈ ਜਿਹੜਾ ਨਿਰਗੁਣ ਰੂਪ ਪਹਿਲਾਂ ਸਦੀਆਂ ਤੋਂ, ਹਮੇਸ਼ਾ ਤੋਂ, ਟਾਈਮ ਇਮੈਮੋਰੀਅਲ ਤੋਂ, ਟਾਈਮ ਤੋਂ ਵੀ ਪਹਿਲਾਂ ਜਿਹੜਾ ਆਦਿ ਵਿੱਚ ਸੀਗਾ, ਆਦਿ ਸੱਚ ਜੁਗਾਦ ਸੱਚ। ਅਤੇ ਜਿਹੜਾ ਫਿਰ ਸਰਗੁਣ ਰੂਪ ਹੈ ਉਹ ਸਰੀਰ 'ਚ ਹੁੰਦਾ ਹੈ। ਹੁਣ ਅੱਜ ਕੱਲ੍ਹ ਹੈ ਸ਼ਬਦ, ਇਸੇ ਦੀ ਬਾਤ ਮੈਤਰੀ ਉਪਨਿਸ਼ਦ ਨੇ ਪਾਈ ਹੋਈ ਹੈ, ਸ਼ਬਦ ਬ੍ਰਹਮ ਅਸ਼ਬਦ ਬ੍ਰਹਮ। ਹੁਣ ਸ਼ਬਦ ਬ੍ਰਹਮ ਗੁਰੂ ਬਾਣੀ ਦੇ ਰੂਪ 'ਚ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ। ਭਗਤ ਭਗਤ ਸੁਣੀਐ ਤਿਹ ਲੋਏ, ਤਿੰਨਾਂ ਲੋਕਾਂ ਦੇ ਵਿੱਚ ਉਸ ਬੰਦੇ ਨੂੰ ਭਗਤ ਕਿਹਾ ਜਾਂਦਾ ਜਿਹਦੇ ਮਨ 'ਚ ਏਕਾ ਬਣ ਜੇ, ਜਾਂ ਕੈ ਹਿਰਦੈ ਏਕੋ ਹੋਏ। ਜਿਹੜਾ ਡੁਐਲਿਟੀ 'ਚ ਹੈ ਉਹਨੂੰ ਭਗਤ ਗੁਰਬਾਣੀ ਨਹੀਂ ਮੰਨਦੀ, ਕਮ ਸੇ ਕਮ ਲੋਕ ਭਏ ਮੰਨਣ। ਦੇਖੋ ਸਾਧ ਸੰਗਤ ਜੀਓ, ਤਮੋ ਰਜੋ ਸਤੋ, ਸਪਿਰਚੁਅਲ ਐਂਡ ਡਿਵਾਈਨ, ਇਹ 5 ਸਟੇਜਾਂ ਹੈ ਬੰਦੇ ਦੀਆਂ। ਤਮੋ ਗੁਣੀ ਗੁੱਸਾ, ਗਾਲੀ ਗਲੋਚ, ਖੋਹ ਕੇ ਖਾ ਜਾਣ ਵਾਲਾ। ਰਜੋਗੁਣ ਖਾਹਿਸ਼ਾਂ ਬਹੁਤ ਪ੍ਰਬਲ, ਖਾਹਿਸ਼ਾਂ ਖਾਤਰ ਸਾਰੀ ਦੁਨੀਆ 'ਚ ਨੱਠ ਭੱਜ ਬਹੁਤ ਕਰਦਾ ਹੈ। ਸਤੋਗੁਣ ਕਰੇ ਹੋਏ 'ਚੋਂ ਵੀ ਕਿਸੇ ਨੂੰ ਕੁਛ ਦੇ ਦਿੰਦਾ ਹੈ, ਔਰ ਅੰਤਰਮੁਖੀ ਵੀ ਹੁੰਦਾ ਹੈ ਥੋੜ੍ਹਾ ਬਹੁਤ, ਪਰ ਹੁੰਦਾ ਉਹ ਮਾਇਆ ਦਾ ਹੀ ਰੂਪ ਹੈ ਜਿਹੜਾ ਸਤੋਗੁਣ ਹੈ। ਆਪਾਂ ਨੂੰ ਭੁਲੇਖਾ ਪੈ ਜਾਂਦਾ ਵੀ ਇਹ ਸੰਤ ਹੈ, ਸੰਤ ਉਹਨੂੰ ਗੁਰਬਾਣੀ ਨਹੀਂ ਮੰਨਦੀ। ਇਹਨਾਂ ਤੋਂ ਅਗਲੀ ਸਟੇਜ ਹੈ ਸਪਿਰਚੁਅਲ ਹੋਣਾ, ਸਪਿਰਚੁਅਲਿਟੀ। ਸਪਿਰਚੁਅਲਿਟੀ ਵਿੱਚ ਬੰਦਾ ਕਾਫੀ ਉੱਚਾ ਹੋ ਜਾਂਦਾ ਹੈ, ਔਰ ਕਈ ਤਾਂ ਸਾਡੇ ਵਿਦਵਾਨ ਸਪਿਰਚੁਅਲ ਨੂੰ ਹੀ ਅੰਤਮ ਪੜਾਅ ਮੰਨਦੇ ਹੈ। ਸਪਿਰਚੁਅਲ ਮਾਇਆ ਤੋਂ ਰਹਿਤ ਹੁੰਦਾ ਹੈ, ਪਰ ਉਹ ਹੀ ਔਰ ਭੀ ਵਿੱਚੋਂ ਭੀ ਵਿੱਚ ਵਿਸ਼ਵਾਸ ਕਰਦਾ ਹੈ।
ਜਿਹੜਾ ਡਿਵਾਈਨ ਹੁੰਦਾ ਸਭ ਤੋਂ ਉੱਪਰਲੀ ਸਟੇਜ, ਉਹ ਕੇਵਲ ਹੀ, ਉਹ ਹੀ ਬਸ ਇੱਕੋ ਹੀ ਰੱਬ ਤੇ। ਸਪਿਰਚੁਅਲ ਬੰਦਾ ਸਭ ਨੂੰ ਮੰਨੀ ਜਾਂਦਾ, ਸਾਰੇ ਦੇਵੀ ਦੇਵਤਿਆਂ ਨੂੰ ਮੰਨਦਾ। ਉਹ ਉੱਥੇ ਆ ਉਹ ਫਰਕ ਪੈਂਦਾ ਫਿਰ ਡਿਵਾਈਨ ਹੋਣ ਵਿੱਚ ਔਰ ਸਪਿਰਚੁਅਲ ਹੋਣ ਵਿੱਚ। ਸਪਿਰਚੁਅਲ ਆਤਮਾ ਦੇ ਨਾਲ ਤਾਲੁਕ ਰੱਖਦਾ ਹੈ, ਆਤਮਾ ਨਿਰਮਲ ਹੁੰਦੀ ਹੈ ਸਪਿਰਚੁਅਲ ਬੰਦੇ ਦੀ। ਪਰ ਜਿਹੜਾ ਡਿਵਾਈਨ ਹੁੰਦਾ ਉਹ ਏਕੇ ਦਾ ਹੋ ਜਾਂਦਾ, ਉਹ ਪਰਮਾਤਮਾ ਹੀ ਹੋ ਜਾਂਦਾ, ਆਤਮਾ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ। ਇਹ ਫਰਕ ਹੈ ਇਹਨਾਂ ਸਾਰਿਆਂ ਦੀ ਥੋੜ੍ਹੀ ਥੋੜ੍ਹੀ ਅਵਸਥਾ ਵਿੱਚ। ਸੋ ਭਗਤ ਭਗਤ ਸੁਣੀਏ ਤੇ ਲੋਏ, ਜਾਂ ਕੈ ਹਿਰਦੈ ਏਕੋ ਹੋਏ। ਗੁਰਬਾਣੀ ਵਿੱਚ ਇੱਕ ਦੀ ਉਹ ਮਾਨਤਾ, ਡੁਐਲਿਟੀ ਦੀ ਹੈ ਹੀ ਨਹੀਂ ਹੈ। ਜੇ ਕੋਈ ਕਹਿੰਦਾ ਵੀ ਇਹ ਵੀ ਉਹ ਵੀ, ਉਹ ਨਹੀਂ ਠੀਕ ਹੈ ਗੁਰਬਾਣੀ ਮੁਤਾਬਕ। ਇਹ ਹੀ ਬਸ ਕੇਵਲ ਫਕਤ ਇੱਕ ਨਾਮ, ਇੱਕ ਪਰਮਾਤਮਾ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਉਹਦੀ ਕਰਨੀ ਵੀ ਸੱਚੀ, ਰਹਿਤ ਵੀ ਸੱਚੀ, ਜਿਹਦੇ ਹਿਰਦੇ 'ਚ ਇੱਕੋ ਪ੍ਰਗਟ ਹੋ ਜਾਏ। ਸੱਚ ਹਿਰਦੈ ਸੱਤ ਮੁਖ ਕਹਿਤ, ਹਿਰਦੇ ਵਿੱਚ ਵੀ ਸੱਚ, ਮੂੰਹ ਵਿੱਚ ਵੀ ਸੱਚ। ਮੁਖ ਸੱਚ, ਮਨ ਸਾਚਾ ਮੁਖ ਸਾਚਾ ਸੋਏ। ਸੁਖਮਨੀ ਸਾਹਿਬ ਦਾ ਪਵਿੱਤਰ ਵਚਨ ਪਹਿਲਾਂ ਵੀ ਆ ਲਿਆ ਬ੍ਰਹਮ ਗਿਆਨੀ ਦੇ ਪ੍ਰਸੰਗ 'ਚ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਉਹਦੀ ਦ੍ਰਿਸ਼ਟੀ ਵੀ ਸੱਚੀ, ਉਹਦਾ ਆਕਾਰ ਸਰੀਰ ਵੀ ਸੱਚਾ। ਸੱਚ ਵਰਤੈ ਸਾਚਾ ਪਾਸਾਰ, ਉਹ ਸੱਚ ਦਾ ਵਰਤਾਰਾ ਕਰਦਾ ਹੈ, ਪਸਾਰ ਵੀ ਸੱਚ ਦਾ ਕਰਦਾ। ਹੁਣ ਜਿਹੜੀ ਸਾਧ ਸੰਗਤ ਜੀ, ਉਹ ਇਹ ਦ੍ਰਿਸ਼ਟੀ ਲੋਕਾਂ ਦੀ ਹੈ, ਇਹਦੇ ਵਿੱਚ ਸਾਨੂੰ ਪੁਰਾਣੀ ਸਭਿਅਤਾ ਤੋਂ ਇਹ ਆਭਾਸ ਹੁੰਦਾ ਹੈ ਵੀ ਮਾਇਆ ਬੁਰੀ ਹੈ। ਮਾਇਆ ਨੂੰ ਛੱਡ ਕੇ ਜਿਹੜਾ ਲੰਗੋਟੀ ਲਾ ਕੇ ਜੰਗਲਾਂ ਵਿੱਚ ਜਾਊ ਜਾਂ ਤਟਾਂ ਪਰ ਬੈਠੂਗਾ ਵੀ ਉਹੀ ਸੰਤ ਹੁੰਦਾ। ਗੁਰਮਤਿ ਨੇ ਵਿਚਾਰ ਨੂੰ ਬਿਲਕੁਲ ਬਾਰ-ਬਾਰ ਖੰਡਿਆ। ਮਾਇਆ ਬੁਰੀ ਨਹੀਂ ਹੈ, ਮਾਇਆ ਘਰ ਦੀ ਸੋਭਾ ਹੈ। ਮਾਇਆ ਗੁਰਸਿੱਖਾਂ ਖਾਤਰ ਪਰਮ ਪਵਿੱਤਰ ਹੈ। ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ, ਹਵੈ ਦੁਖਦਾਈ ਦਹਿਤ ਹੈ ਸੰਸਾਰ। ਜੀ ਭਾਈ ਗੁਰਦਾਸ ਜੀ ਦਾ ਕਥਨ ਹੈ। ਸੰਸਾਰ ਨੂੰ ਤਾਂ ਇਹ ਲੜਦੀ ਹੈ, ਡੰਗਦੀ ਹੈ, ਜਾਲਦੀ, ਸਾੜਦੀ ਹੈ, ਪਰ ਗੁਰਸਿੱਖਾਂ ਨੂੰ ਪਵਿੱਤਰ ਹੈ, ਕਿਉਂਕਿ ਉਹਦੇ 'ਚੋਂ ਕਿਸੇ ਨਾ ਕਿਸੇ ਨੂੰ ਕੁਛ ਨਾ ਕੁਛ ਦੇ ਦਿੰਦੇ, ਉਹ ਖਿਲਾ ਦਿੰਦੇ, ਆਪ ਵੀ ਵਰਤਦੇ, ਖਿਲਾ ਵੀ ਦਿੰਦੇ। ਤੋ ਮਾਇਆ ਜੇ ਬੁਰੀ ਹੋਵੇ ਤਾਂ ਸਾਡਾ ਸਰੀਰ ਵੀ ਮਾਇਆ, ਸਰੀਰ ਨੂੰ ਕਿੱਥੇ ਸਿੱਟੋਗੇ ਵੱਢ ਕੇ। ਪੁੱਤ ਧੀ ਵੀ ਮਾਇਆ, ਸਾਰੇ ਗੁਰੂ ਸਾਹਿਬਾਨ ਨੇ ਇਹ ਕਰਕੇ ਦਿਖਾਈ ਹੈ ਚੱਲਣਾ ਵੀ ਰਹਿਣਾ ਮਾਇਆ ਵਿੱਚ ਹੈ। ਆਪਣਾ ਮੂੰਹ ਵਿੱਚ ਰਾਮ ਰਾਮ, ਹਿਰਦਾ ਉਹਦੇ ਨਾਲ ਜੁੜਿਆ ਹੋਇਆ, ਮਾਇਆ ਤੋਂ ਜੁਦਾ ਰਹਿਣਾ। ਜਿੱਥੇ ਸ਼ਬਦ ਛੱਡਣ ਦੀ ਗੱਲ ਵੀ ਆਉਂਦੀ ਹੈ ਗੁਰਬਾਣੀ 'ਚ, ਤਿਆਗ ਦੀ ਵੀ ਆਉਂਦੀ ਹੈ, ਉਹਨੂੰ ਸਮਝਣਾ ਹੁੰਦਾ, ਬੁੱਝਣਾ ਹੁੰਦੀ ਗੱਲ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਰਵਿਦਾਸ ਬਾਬਾ ਜੀ ਨੇ ਮਾਇਆ ਤਿਆਗੀ ਨਹੀਂ ਹੈ, ਹਾਲਾਂਕਿ ਉੱਪਰੋਂ ਲੱਗਦੀ ਹੈ ਤੁਕ ਵੀ ਉਹਨਾਂ ਨੇ ਮਾਇਆ ਤਿਆਗਤੀ, ਉਹ ਤਾਂ ਜੁੱਤੀਆਂ ਗੰਢ ਕੇ ਆਪਣਾ ਰੁਜ਼ਗਾਰ ਕਰਦੇ ਰਹੇ। ਕਬੀਰ ਜੀ ਖੱਡੀ ਬੁਣ ਕੇ, ਗੁਰੂ ਨਾਨਕ ਸਾਹਿਬ ਹਲ ਵਾਹ ਕੇ ਗੁਜ਼ਾਰਾ ਕਰਦੇ ਰਹੇ। ਤੋ 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ, ਉਹਨਾਂ ਨੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਕੇ ਦਿਖਾਈ। ਕਲਗੀਆਂ ਲਗਾਈਆਂ, ਘੋੜਿਆਂ ਦੀ ਸਵਾਰੀ, ਨਗਾਰੇ ਵਜਾਏ, ਫੌਜਾਂ ਵੀ ਰੱਖੀਆਂ। ਇਹ ਦੂਜਾ ਰੂਪ ਹੈ ਡਿਵਿਨਟੀ ਦਾ। ਜਦ ਕੋਈ ਜ਼ਾਲਮ ਹਟਦਾ ਹੀ ਨਹੀਂ ਹੈ ਤਾਂ ਰੱਬ ਆਪਣੇ ਭਾਣੇ 'ਚ ਫਿਰ ਸ਼ਕਤੀ ਦਿੰਦਾ, ਬਲ ਦਿੰਦਾ ਹੈ। ਔਰ ਇਹ ਕੋਈ ਸਿੱਖ ਧਰਮ ਵਿੱਚ ਹੀ ਨਹੀਂ ਹੈ, ਹੋਰਨਾਂ ਵਿੱਚ ਵੀ ਹੈ। ਮੁਹੰਮਦ ਨੇ ਮੂਰਤੀ ਪੂਜਾ ਦੇ ਬਰਖਲਾਫ ਸਾਰੇ ਅਰਬਾਂ ਦੇ ਵਿੱਚ ਜਹਾਜ਼ ਚਲਾਇਆ, ਕੁਰਬਾਨੀਆਂ ਵੀ ਹੋਈਆਂ ਉਹਨੇ ਦੋਹਤੇ ਦੀਆਂ। ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਦੁਰਾਚਾਰ ਪਿੱਛੇ, ਪਾਪਾਚਾਰ ਪਿੱਛੇ। ਕ੍ਰਿਸ਼ਨ ਜੀ ਨੇ ਕੰਸ ਦਾ ਵੱਧ ਕਰਿਆ। ਇਹ ਸਾਰੀ ਕਿਰਪਾ ਪਰਮਾਤਮਾ ਦੀ ਵਰਤੀ ਹੈ। ਇਹਨੂੰ ਸਮਝਣਾ ਪੈਂਦਾ ਵੀ ਅਸਲ 'ਚ ਗੁਰਮਤਿ ਕਿਆ ਚੀਜ਼ ਹੈ। ਗੁਰਮਤਿ ਇਹੀ ਚੀਜ਼ ਹੈ ਵੀ ਮਾਇਆ ਦੇ ਵਿੱਚ ਰਹਿੰਦੇ ਹੋਏ ਉਦਾਸ ਰਹਿਣਾ, ਕਮਲ ਦੇ ਫੁੱਲ ਦੀ ਤਰ੍ਹਾਂ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਜਿਹਨੇ ਪ੍ਰਭੂ ਨੂੰ ਸੱਚ ਕਰਕੇ ਜਾਣ ਲਿਆ, ਉਹੀ ਸੱਚ ਵਿੱਚ ਸਮਾਉਂਦਾ, ਦੂਜਾ ਸਮਾ ਹੀ ਨਹੀਂ ਸਕਦਾ। ਜਿਹਨੇ ਕਿਸੇ ਹੋਰ ਪਰ ਅਧੂਰੇ ਪਰ ਟੇਕ ਰੱਖ ਲਈ ਰੱਬ ਤੋਂ ਬਿਨਾਂ, ਚਾਹੇ ਉਹ ਬੰਦੇ ਦੇ ਰੂਪ 'ਚ ਹੋਵੇ, ਚਾਹੇ ਕਿਸੇ ਪਰਾਭੌਤਿਕ ਸ਼ਕਤੀ ਦੇ ਰੂਪ 'ਚ ਹੋਵੇ, ਉਹ ਡੁੱਬਿਆ ਹੋਇਆ, ਉਹ ਨਹੀਂ ਪਾਰ ਜਾ ਸਕਦਾ। ਕੇਵਲ ਪਾਰ ਬ੍ਰਹਮ ਦੇ ਉੱਤੇ ਟੇਕ ਰੱਖਣੀ, ਇਹ ਗੁਰਬਾਣੀ ਦਾ ਆਸ਼ਾ ਹੈ, ਗੁਰਮਤਿ ਦਾ ਆਸ਼ਾ ਹੈ, ਸਿੱਖੀ ਦਾ ਆਸ਼ਾ ਹੈ। ਤੋ ਸਾਧ ਸੰਗਤ ਜੀ, ਉਹ ਅੱਜ ਦੀ ਵਿਚਾਰਤਾ ਇੱਥੇ ਹੀ ਸਮਾਪਤ ਹੈ। ਥੋੜ੍ਹੇ ਜਿਹੇ ਸ਼ਬਦ ਕ੍ਰੋਧ ਦੇ ਬਾਰੇ 'ਚ। ਕ੍ਰੋਧ ਬਹੁਤ ਮਾੜਾ ਹੈ, ਗੁਰਬਾਣੀ 'ਚ ਬਾਰ-ਬਾਰ ਆਉਂਦਾ ਹੈ, ਪੰਜਾਂ ਵਿੱਚ ਹੈ, ਕਮਾਦਕ ਹੈ, ਕਾਮ ਕ੍ਰੋਧ। ਕ੍ਰੋਧ ਦੀਆਂ ਵੀ 4 ਕਿਸਮਾਂ ਹੈ।
ਇੱਕ ਹੁੰਦਾ ਤਮੋ ਗੁਣੀ ਕ੍ਰੋਧ, ਜਿਹਦੇ ਤਹਿਤ ਬੰਦਾ ਗੁੱਸਾ, ਗਾਲੀ ਗਲੋਚ ਔਰ ਦੂਜੇ ਤੋਂ ਖੋਹ ਕੇ ਖਾ ਜਾਣਾ, ਕਿਸੇ ਦੇ ਐਵੇਂ ਥੱਪੜੇ ਝਾੜ ਦੇਣੇ, ਕਿਸੇ ਦਾ ਕਤਲ ਕਰ ਦੇਣਾ ਵੀ ਮੇਰੀ ਚੌਧਰ ਬਣੀ ਰਹੇ, ਜਿਹੜਾ ਗੁੰਡਿਆਂ ਕੋਲ ਹੁੰਦਾ, ਇਹ ਤਮੋ ਗੁਣੀ ਕ੍ਰੋਧ ਹੁੰਦਾ। ਅੱਗੇ ਹੁੰਦਾ ਰਜੋ ਗੁਣੀ ਕ੍ਰੋਧ। ਰਜੋ ਗੁਣੀ 'ਚ ਬੰਦਾ ਬੋਲ ਚਾਲ ਬੰਦ ਕਰ ਲੈਂਦਾ ਕ੍ਰੋਧ ਦੇ ਵਿੱਚ, ਕਿਉਂਕਿ ਉਹ ਵਿਗਾੜ ਤਾਂ ਦੂਜੇ ਦਾ ਸਕਦਾ ਨਹੀਂ ਹੁੰਦਾ ਕੁਛ, ਪਰ ਉਹ ਤੋਂ ਆਪਣੇ ਆਪ ਨੂੰ ਦੂਰੀ ਕਰ ਲੈਂਦਾ, ਅੰਦਰ ਭੁੱਜਦਾ ਰਹਿੰਦਾ। ਇੱਕ ਹੁੰਦਾ ਸਤੋ ਗੁਣੀ ਕ੍ਰੋਧ। ਸਤੋ ਗੁਣੀ ਕ੍ਰੋਧ ਹੁੰਦਾ ਹੈ ਗੁਰੂ ਦਾ ਚੇਲਿਆਂ ਪ੍ਰਤੀ। ਨੌਸ਼ੇਰਮਾਂ ਦੇ ਵੱਜਿਆ ਹੋਇਆ ਥੱਪੜ ਆਪਣੇ ਉਸਤਾਦ ਦੁਆਰਾ, ਉਹ ਸਤੋ ਗੁਣੀ ਕ੍ਰੋਧ ਸੀਗਾ। ਹਾਲਾਂਕਿ ਨੌਸ਼ੇਰਮਾਂ ਦਾ ਕੋਈ ਕਸੂਰ ਨਹੀਂ ਸੀ, ਉਹਨੂੰ ਅੱਗੇ ਵਾਸਤੇ ਸੁਚੇਤ ਕਰਿਆ ਵੀ ਤੈਂ ਰਾਜਾ ਬਣਨਾ ਹੈ ਅਤੇ ਫਿਰ ਤੈਂ ਲੋਕਾਂ ਦਾ ਨੁਕਸਾਨ ਨਾ ਕਰੀ ਕ੍ਰੋਧ ਵਿੱਚ, ਇਹ ਥੱਪੜ ਤੈਨੂੰ ਤਾਂ ਜੜਿਆ ਗਿਆ। ਪਤਾ ਕਿੱਥੋਂ ਲੱਗਾ? ਉਦੋਂ ਤਾਂ ਨੌਸ਼ੇਰਮਾ ਆ ਗਿਆ ਪੜ੍ਹ ਕੇ, ਪਰ ਅੰਦਰ ਤੋਂ ਭੁੱਜਦਾ ਰਿਹਾ ਵੀ ਮੇਰੇ ਥੱਪੜ ਕਿਉਂ ਮਾਰਿਆ, ਮੈਂ ਤਾਂ ਚੰਗਾ ਪੜ੍ਹਨੇ ਵਾਲਾ ਵਿਦਿਆਰਥੀ ਸੀ। ਬ੍ਰਹਮ ਭੋਜ ਰੱਖਿਆ, ਸਾਰੇ ਸਾਧੂ ਲੋਕ ਬੁਲਾਏ ਨੌਸ਼ੇਰਮਾ ਨੇ, ਲੇਕਿਨ ਆਪਣੇ ਗੁਰੂ ਨੂੰ ਨਹੀਂ ਬੁਲਾਇਆ ਜਿਹਨੇ ਥੱਪੜ ਮਾਰਿਆ ਸੀ। ਪਤਾ ਉਹਨੂੰ ਲੱਗ ਗਿਆ, ਉਹ ਆਪ ਹੀ ਆ ਗਿਆ। ਜਦ ਆਇਆ ਰਾਜਾ ਹੈਰਾਨ ਹੋ ਗਿਆ ਵੀ ਮੇਰੇ ਥੱਪੜ ਵੀ ਮਾਰਿਆ ਸੀ, ਫਿਰ ਵੀ ਇਹ ਆ ਗਿਆ, ਮੈਂ ਤਾਂ ਇਹਨੂੰ ਬੁਲਾਇਆ ਨਹੀਂ। ਉਹ ਕਹਿੰਦਾ ਰਾਜਨ, ਤੈਨੂੰ ਪਤਾ ਤੇਰੇ ਥੱਪੜ ਕਿਉਂ ਵੱਜਿਆ ਸੀ? ਕਹਿੰਦਾ ਜੀ ਮੈਂ ਤਾਂ ਹੁਣ ਥਾਈਂ ਗੁੱਸਾ ਕਰੀ ਬੈਠਾ ਤੁਹਾਡੇ ਨਾਲ, ਮੈਂ ਤਾਂ ਹੀ ਨਹੀਂ ਬੁਲਾਇਆ ਤੁਹਾਨੂੰ ਵੀ ਕਿਉਂ ਮਾਰਿਆ ਜਦ ਮੇਰਾ ਕਸੂਰ ਨਹੀਂ ਸੀ। ਕਹਿੰਦੇ ਸੁਣ ਲੈ, ਤੇਰੇ ਮਹਿਲ ਦਾ ਨਕਸ਼ਾ ਜਦ ਬਣਿਆ, ਇੱਕ ਗਰੀਬ ਬੁੱਢੀ ਮਾਂ ਦੀ ਭੱਠੀ ਆਉਂਦੀ ਸੀ ਉਹਦੇ 'ਚ? ਕਹਿੰਦਾ ਜੀ ਆਉਂਦੀ ਸੀ। ਤੈਂ ਉਹਨੂੰ ਚੱਕਿਆ ਤਾਂ ਨਹੀਂ ਜ਼ਬਰਦਸਤੀ ਉੱਥੋਂ? ਕਹਿੰਦਾ ਨਹੀਂ ਜੀ, ਮੇਰੇ ਅਹਿਲਕਾਰਾਂ ਨੇ ਬਹੁਤ ਕਿਹਾ ਵੀ ਇਹਨੂੰ ਹੋਰ ਜਗ੍ਹਾ ਦੇ ਦਿੰਦੇ, ਇੱਥੋਂ ਸਿੱਧੀ ਹੋ ਜਾਊਗੀ ਕੰਧ, ਇਹਦੀ ਭੱਠੀ ਚੱਕ ਦਿਓ, ਪਰ ਤੈਂ ਉਹ ਚੱਕਣ ਨਹੀਂ ਦਿੱਤੀ। ਫਿਰ ਉਹ ਥੱਪੜ ਕਰਕੇ ਨਹੀਂ ਚੱਕਣ ਦਿੱਤੀ, ਅਦਰਵਾਈਜ਼ ਤੈਂ ਉਹ ਜ਼ਬਰਦਸਤੀ, ਤੇਰੇ ਵਾਸਤੇ ਕਿਆ ਚੀਜ਼ ਸੀ ਬੁੱਢੀ ਮਾਂ ਗਰੀਬਣੀ, ਤੂੰ ਤਾਂ ਰਾਜਾ, ਤੇਰੇ ਕੋਲ ਫੌਜਾਂ, ਉਹ ਥੱਪੜ ਕਰਕੇ ਹੀ ਨਹੀਂ ਤੈਂ ਚੱਕੀ ਹੈ। ਕਹਿੰਦਾ ਅੱਛਾ ਅੱਛਾ, ਗੁਰੂ ਜੀ ਦੇ ਚਰਨ ਫੇਰ ਫੜ ਲਏ ਉਹਨੇ। ਕਹਿੰਦਾ ਜੀ ਮੈਨੂੰ ਤਾਂ ਇੰਨੀ ਸਮਝ ਹੀ ਨਹੀਂ ਸੀਗੀ। ਇਹ ਹੁੰਦਾ ਸਤੋ ਗੁਣੀ ਕ੍ਰੋਧ ਗੁਰੂਆਂ ਦੁਆਰਾ, ਉਸਤਾਦਾਂ ਦੁਆਰਾ। ਬੱਚਿਆਂ ਦੇ ਆਪਾਂ ਥੱਪੜ ਮਾਰਦੇ ਹਾਂ, ਉਹ ਵੀ ਸਤੋ ਗੁਣੀ ਕ੍ਰੋਧ ਹੁੰਦਾ, ਉਹਨਾਂ ਦੀ ਭਲਾਈ ਵਾਸਤੇ ਕਰਦੇ ਹਾਂ। ਇੱਕ ਹੁੰਦਾ ਡਿਵਾਈਨ ਕ੍ਰੋਧ, ਉਹ ਕ੍ਰੋਧ ਹੁੰਦਾ ਹੀ ਨਹੀਂ ਅਸਲ 'ਚ। ਡਿਵਾਈਨ ਕ੍ਰੋਧ ਵੀਰ ਰਸ ਹੁੰਦਾ, ਜਿਹੜਾ ਗੁਰੂ ਸਾਹਿਬਾਨਾਂ 'ਚ ਸੀਗਾ। ਇਹਦੇ 'ਚ ਫਰਕ ਕਿਆ ਹੈ ਕ੍ਰੋਧ ਔਰ ਵੀਰ ਰਸ ਵਿੱਚ? ਕ੍ਰੋਧ ਵਿੱਚ ਬੰਦਾ ਅੰਦਰ ਤੋਂ ਸੜਦਾ ਬੁਝਦਾ ਹੁੰਦਾ, ਬਦਲਾ ਲੈਣ ਦੀ ਭਾਵਨਾ ਰੱਖਦਾ। ਵੀਰ ਰਸ ਵਿੱਚ ਬਦਲਾ ਬਿਲਕੁਲ ਨਹੀਂ ਹੁੰਦਾ, ਜੋਸ਼ ਦੇ ਨਾਲ ਹੋਸ਼ ਕਾਇਮ ਰਹਿੰਦਾ ਵੀਰ ਰਸ 'ਚ। ਹੁਣ ਮੁਸਲਮਾਨ ਲੜਦੇ ਸੀਗੇ, ਜੇ ਕੋਈ ਧੀ ਭੈਣ ਹੱਥ ਲੱਗ ਗਈ ਹਿੰਦੂਆਂ ਦੀ, ਸਿੱਖਾਂ ਦੀ, ਉਹਦੇ ਨਾਲ ਬੇਪੱਤੀ ਕਰਦੇ ਸੀ ਉਹ। ਗੁਰੂ ਸਾਹਿਬ ਨੂੰ ਵੀ ਸ਼ਿਕਾਇਤ ਕਰੀ ਕੁਛ ਸਿੱਖਾਂ ਨੇ ਵੀ ਉਹ ਸਾਡੀਆਂ ਔਰਤਾਂ ਨਾਲ ਇਸ ਤਰ੍ਹਾਂ ਕਰਦੇ, ਬੀਬੀਆਂ ਨਾਲ ਵੀ, ਅਸੀਂ ਵੀ ਕਰੀਏ? ਕਹਿੰਦੇ ਨਾ ਭਾਈ, ਜੇ ਉਹ ਬੁਰੇ ਆ ਆਪਾਂ ਨਹੀਂ ਬੁਰੇ ਬਣਨਾ, ਆਪਾਂ ਸਿਧਾਂਤ ਕਾਇਮ ਰੱਖਣੇ ਆਪਣੇ। ਇਹ ਹੈ ਜੋਸ਼, ਜਿਹਨੂੰ ਕਹਿੰਦੇ ਹੋਸ਼ ਦੇ ਨਾਲ ਜੋਸ਼। ਲੜਾਈ ਵੀ ਪੂਰੀ ਕਰਨੀ ਐਨ ਤਨਦਿਲੀ ਨਾਲ, ਇਹਨਾਂ ਦਾ ਵੱਧ ਵੀ ਕਰਨਾ ਜੇ ਨਹੀਂ ਹਟਦੇ, ਪਰ ਜੋਸ਼ ਦੇ ਵਿੱਚ ਹੋਸ਼ ਕਾਇਮ ਰੱਖਣਾ ਹੈ, ਹੋਸ਼ ਨਹੀਂ ਖੋਣਾ। ਵੀਰ ਰਸ ਵਿੱਚ ਆਓ, ਬਾਹੂਬਲ ਨਾਲ ਲੜੋ, ਪਰ ਖੋਣਾ ਨਹੀਂ ਹੋਸ਼ ਨੂੰ। ਭਾਈ ਕਨ੍ਹਈਆ ਜੀ ਪਾਣੀ ਪਿਲਾਉਂਦੇ ਸੀ, ਉਹ ਸਿੱਖ ਜਿਹੜੇ ਉਹਨਾਂ ਗੁਰੂ ਜੀ ਖਾਤਰ ਜਾਨਾਂ ਵੀ ਵਾਰਦੇ ਸੀਗੇ, ਉਹਨਾਂ ਦੀ ਸ਼ਿਕਾਇਤ, ਉਹਨਾਂ ਨੇ ਸ਼ਿਕਾਇਤ ਕਰੀ ਆ ਕੇ ਵੀ ਇਹ ਤਾਂ ਜੀ ਅਸੀਂ ਵੜਦੇ ਹਾਂ, ਇਹ ਪਾਣੀ ਪਿਲਾਈ ਜਾਂਦਾ, ਫਿਰ ਖੜੇ ਕਰੀ ਜਾਂਦਾ ਉਹਨਾਂ ਨੂੰ। ਗੁਰੂ ਸਾਹਿਬ ਨੇ ਸੁਣ ਕੇ ਭਾਈ ਕਨ੍ਹਈਆ ਜੀ ਨੂੰ ਥਾਪੜਾ ਦਿੱਤਾ, ਉਹ ਡੱਬੀ ਵੀ ਦਿੱਤੀ ਮਰਮ ਦੀ ਵੀ ਇਹ ਵੀ ਲਾ ਦਿਆ ਕਰ ਪਾਣੀ ਦੇ ਨਾਲ ਨਾਲ, ਸਭ ਨੂੰ ਪਿਲਾ, ਤੇਰੀ ਸਮਦ੍ਰਿਸ਼ਟੀ ਹੈ। ਤਾਂ ਗੁਰਮਤਿ ਦੇ ਅਸੂਲ ਤਾਂ ਬਹੁਤ ਉੱਚੇ ਹੈ। ਡਿਵਿਨਟੀ ਵਿੱਚ ਕ੍ਰੋਧ ਹੁੰਦਾ ਹੀ ਨਹੀਂ ਹੈ, ਉਹਦੇ ਵਿੱਚ ਸਿਰਫ ਔਰ ਸਿਰਫ ਵੀਰ ਰਸ ਹੁੰਦਾ ਹੈ। ਕ੍ਰੋਧ ਨੂੰ ਵੀਰ ਰਸ 'ਚ ਬਦਲਿਆ ਜਾਂਦਾ ਹੈ। ਜੋਸ਼ ਹਾਲਾਂਕਿ ਕ੍ਰੋਧੀ ਨਾਲੋਂ ਵੀ ਜ਼ਿਆਦਾ ਹੁੰਦਾ ਹੈ। ਔਰ ਗੁਰੂ ਸਾਹਿਬ ਦੇ ਤਾਂ ਆਸ਼ਾ ਜਾਈਏ, ਬਾਰੇ ਬਾਰੇ ਜਾਈਏ, ਪਹਿਲਾਂ ਪੈਂਦੇ ਖਾਂ ਨੂੰ ਕਿਹਾ ਵੀ ਤੂੰ ਵਾਰ ਕਰ, ਤੈਨੂੰ ਪਾਲਿਆ ਅਸੀਂ, 2-3 ਵਾਰ ਵਾਰ ਕਰਾਏ। ਉਹਨੂੰ ਵੀ ਬੜਾ ਹੌਸਲਾ ਸੀ ਆਪਣੇ ਉੱਪਰ, ਕਿਉਂਕਿ ਜੁੱਸਾ ਉਹਨਾਂ ਦਾ ਵੀ ਗੁਰੂ ਸਾਹਿਬ ਵਰਗਾ ਹੀ ਸੀ, ਬਦਾਮਾਂ ਨਾਲ ਖੀਰਾਂ ਨਾਲ ਪਾਲਿਆ ਸੀ ਗੁਰੂ ਸਾਹਿਬ ਨੇ। ਉਹ ਮਾਂ ਬਾਪ ਚੜ੍ਹਾ ਗਏ ਸੀ ਉਹਨੂੰ, 6ਵੇਂ ਪਾਤਸ਼ਾਹ ਦੀ ਬਾਤ ਹੈ। ਜਦ 3 ਵਾਰ ਉਹਨੇ ਕਰ ਲਏ, ਉਹ ਵਿਅਰਥ ਚਲੇ ਗਏ, ਤਾਂ ਗੁਰੂ ਸਾਹਿਬ ਨੇ ਇੱਕੋ ਵਾਰ ਨਾਲ ਸਿੱਟ ਲਿਆ ਹੇਠਾਂ। ਫਿਰ ਉਹ ਜੇ ਗੁੱਸਾ ਹੁੰਦਾ ਤਾਂ ਪਹਿਲਾਂ ਵਾਰ ਬੰਦਾ ਆਪ ਕਰਦਾ ਵੀ ਕਿਤੇ ਮੈਨੂੰ ਇਹ ਨਾ ਮਾਰ ਜਾਵੇ। ਇਹ ਹੈ ਵੀਰ ਰਸ। ਹੁਣ ਬਦਲੇ ਦੀ ਜਿਹੜੀ ਗੱਲ ਹੈ, ਇਹ ਗੱਲ ਕਹਿ ਕੇ ਸਮਾਪਤੀ ਕਰੀਏ। ਬਦਲਾ ਸਿੱਖੀ 'ਚ ਬਿਲਕੁਲ ਨਹੀਂ ਹੈ, ਬਦਲਾ 3 ਗੁਣਾਂ 'ਚ ਹੁੰਦਾ ਹੈ।
ਗੁੱਸੇ 'ਚ ਹੁੰਦਾ। ਜਿਵੇਂ ਮੁਸਲਮਾਨਾਂ ਨੇ 6ਵੇਂ ਪਾਤਸ਼ਾਹ ਦੁਆਰਾ ਕਰਿਆ ਹੋਇਆ ਫੈਸਲਾ, ਜਿਹਦੇ ਤਹਿਤ ਰੋਪੜ ਦੇ ਕੁਝ ਪਿੰਡ ਅਸਲੀ ਹੱਕਦਾਰ ਬਿਲਾਸਪੁਰ ਰਾਜੇ ਨੂੰ ਦੇ ਦਿੱਤੇ ਸੀਗੇ, ਉਹ ਰੋਪੜ ਦੇ ਪਠਾਨ 6ਵੇਂ ਗੁਰੂ ਨਾਲ ਵੀ 7ਵੇਂ 8ਵੇਂ 9ਵੇਂ 10ਵੇਂ ਗੁਰੂ ਸਾਹਿਬ ਤੋਂ ਹੀ ਬਦਲਾ ਲੈਂਦੇ ਰਹੇ। ਜਦੋਂ ਸਰਸਾ ਦਾ ਕੰਢਾ ਛੱਡਿਆ, ਰੋਪੜ ਤੋਂ ਮੂਹਰੇ ਵਾਲੀ ਘੇਰਾ ਉਹਨਾਂ ਨੇ ਵੀ ਪਾਇਆ, ਉਸੇ ਕਿੜ ਵਿੱਚ 3 ਪੁਸਤਾਂ 4 ਪਹਿਲਾਂ ਦੀ ਗੱਲ ਸੀ ਨਾਲੇ। ਤੋ ਜਿਹੜਾ ਸੰਤ ਹੈ ਉਹਦੇ ਅੰਦਰ ਕਦੇ ਵੀ ਬਦਲਾ ਨਹੀਂ ਹੁੰਦਾ। ਹਾਂ, ਦੋਸ਼ੀ ਨੂੰ ਦੰਡ ਜ਼ਰੂਰ ਦਿੰਦਾ ਉਹ। ਹੁਣ ਦੇਖੋ, ਬੰਦਾ ਬਹਾਦਰ ਹੈ, ਬੰਦੇ ਬਹਾਦਰ ਦੀ ਕੋਈ ਜਿੱਦ ਨਹੀਂ ਸੂਬੇ ਸਰਹੰਦ ਦੇ ਨਾਲ। ਗੁਰੂ ਸਾਹਿਬ ਦੇ ਕਹਿਣ ਦੇ ਉੱਤੇ ਵੀ ਇੰਨਾ ਜ਼ੁਲਮ ਕਰਿਆ ਇਹਨੇ, ਉਹਨੇ ਆ ਕੇ ਉਹਦਾ ਖਾਤਮਾ ਕਰਿਆ। ਉਹ ਵੀਰ ਰਸ ਵਿੱਚ ਖਾਤਮਾ ਕਰਿਆ, ਨਾ ਕਿ ਬਦਲਾ ਲਿਆ। ਬਦਲਾ ਬੁਰੀ ਭਾਵਨਾ 'ਚ ਲਿਆ ਜਾਂਦਾ, ਬਦਲਾ ਕਈ ਪੁਸਤਾਂ ਚੱਲੀ ਜਾਂਦਾ ਮਨ ਵਿੱਚ ਕ੍ਰੋਧ। ਜਿਹੜਾ ਹੈਗਾ ਬਦਲਾ ਲੈਣ ਤੋਂ ਦੂਜਾ ਰੂਪ ਹੈ ਸਿੱਖੀ ਵਾਲਾ, ਵੀ ਕਿਸੇ ਨੂੰ ਉਹਦੇ ਦੰਡ ਵੀ ਦੇਣਾ ਹੈ ਲੇਕਿਨ ਕ੍ਰੋਧ ਵੀ ਨਹੀਂ ਕਰਨਾ। ਉਹ ਬਹੁਤ ਉੱਤਮ ਚੀਜ਼ ਹੈ। ਇਹਨੂੰ ਅੰਗਰੇਜ਼ੀ 'ਚ 2 ਸ਼ਬਦ ਹੈ, ਰਿਵੈਂਜ ਔਰ ਅਵੈਂਜ। ਰਿਵੈਂਜ ਬਦਲਾ ਹੁੰਦਾ, 3 ਗੁਣਾਂ 'ਚ ਲਿਆ ਜਾਂਦਾ। ਏਵੈਂਜ ਹੁੰਦਾ ਰੂਹਾਨੀ ਤੌਰ 'ਤੇ ਕਿਸੇ ਨੂੰ ਦੰਡ ਦੇਣਾ। ਪਾਪੀ ਨੂੰ ਦੰਡ ਤਾਂ ਦਿੰਦਾ ਹੀ ਦਿੰਦਾ ਹੈ, ਜਿਹੜਾ ਵੀ ਖਾਲਸਾ ਹੈ ਜਾਂ ਸੰਤ ਸਿਪਾਹੀ ਬਣਦਾ ਉਹ ਪਾਪੀ ਨੂੰ ਦੰਡ ਦਿੰਦਾ, ਪਰ ਉਹ ਬਦਲੇ ਦੀ ਭਾਵਨਾ 'ਚ ਨਹੀਂ ਦਿੰਦਾ। ਉਹਦੇ ਅੰਦਰ ਜੋਸ਼ ਦੇ ਨਾਲ ਹੋਸ਼ ਕਾਇਮ ਹੁੰਦਾ। ਇਹ ਫਰਕ ਹੈ ਬਦਲੇ ਔਰ ਰਿਵੈਂਜ ਔਰ ਅਵੈਂਜ ਵਿੱਚ। ਤੋ ਸਿੱਖੀ ਤਾਂ ਹਮੇਸ਼ਾ ਅਵੈਂਜ ਕਰਦੀ ਰਹੀ ਹੈ, ਪਹਿਲ ਕਦੇ ਨਹੀਂ ਕਰੀ। ਗੁਰੂ ਸਾਹਿਬ ਨੇ ਕੋਈ ਜਗ੍ਹਾ ਨਹੀਂ ਮੱਲੀ ਕਿਸੇ ਰਾਜੇ ਦੀ ਹਰਾ ਕੇ, ਉਹਦੀ ਸਿਰਫ ਉਹਨੂੰ ਦੰਡ ਦਿੱਤਾ ਜਿੰਨਾ ਉਹਨੇ ਕੁਕਰਮ ਕਰਿਆ। ਤੋ ਖਾਲਸਾ ਵੀ ਉੱਦਾਂ ਹੀ ਕਰਦਾ ਆ ਰਿਹਾ, ਪਹਿਲ ਕਦੇ ਨਹੀਂ ਕਰਦਾ, ਪਰ ਜੇ ਨਾ ਕੋਈ ਹਟੇ ਤਾਂ ਉਹਨੂੰ ਉਹਦਾ ਯੋਗ ਦੰਡ ਵੀ ਦਿੰਦਾ ਹੈ। ਇਹ ਹੈ ਰਿਵੈਂਜ ਔਰ ਏਵੈਂਜ ਦੇ ਵਿੱਚ ਫਰਕ। ਕੋਈ ਅਪਸ਼ਬਦ ਦੀ ਖਿਮਾ ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।